Good morning, students. This is your next chapter. How Much Land Does a Man Need by Leo Tolstoy. ਲੀਓ ਟੋਲਸਟੋਏ ਇੱਕ ਰਸ਼ੀਅਨ ਰਾਈਟਰ ਸੀਗਾ ਤਾਂ ਵੀ ਆਲਰੇਡੀ ਤਾਂ ਜਿਹੜੇ ਸਾਰੀ ਸਟੋਰੀਜ਼ ਨੇਗੇ ਤਾਂ ਆਪਾਂ ਉਹ ਵੀ ਰਸ਼ੀਅਨ ਕੰਟਰੀ ਦੀਆਂ ਹੀ ਰੀਡ ਕਰਾਂਗੇ. The story How Much Land Does a Man Need brings out that greed for money and property leads to such suffering and even death. ਸਟੋਰੀ ਆਪਾਂ ਨੂੰ ਕੀ ਇੱਕ ਆਈਡੀਆ ਲੈ ਕੇ ਆਉਂਦੀ ਹੈ ਵੀ ਕਹਿੰਦੇ ਜਿਹੜਾ ਗਰੀਡ ਹੁੰਦਾ ਹੈਗਾ ਜਾਂ ਤਾਂ ਫਿਰ ਉਹ ਮਨੀ ਲਈ ਹੋਵੇ, ਪ੍ਰੋਪਰਟੀ ਲਈ ਹੋਵੇ, ਉਹ ਸਿਰਫ ਆਪਣੇ ਲਈ ਸਫਰਿੰਗ ਔਰ ਡੈਥ ਹੀ ਲੈ ਕੇ ਆਊਗਾ, ਉਹ ਉਸ ਨੂੰ ਹੀ ਲੀਡ ਕਰਦਾ ਸਿਰਫ ਵੱਧ ਤੋਂ ਵੱਧ ਲਾਲਚ. ਅ ਲਾਈਫ ਆਫ ਕੰਟੈਂਟਮੈਂਟ ਕਹਿੰਦੇ ਵੀ ਇੱਕ ਸੈਟਿਸਫੈਕਸ਼ਨ ਵਾਲੀ ਜਿਹੜੀ ਲਾਈਫ ਹੁੰਦੀ ਹੈਗੀ ਥੋ ਮਾਰਕਡ ਬਾਈ ਪੋਵਰਟੀ ਇਜ਼ ਫਾਰ ਬੈਟਰ ਦੈਨ ਇਟ. ਕਹਿੰਦੇ ਵੀ ਇੱਕ ਸੈਟਿਸਫੈਕਸ਼ਨ ਵਾਲੀ ਲਾਈਫ ਹੁੰਦੀ ਹੈ ਜਿਹੜੀ ਮਤਲਬ ਉਹ ਪੋਵਰਟੀ ਨੂੰ ਹੀ ਮਾਰਕ ਕਰਦੀ ਹੈ ਵੀ ਜਿਵੇਂ ਹੁਣ ਕਈ ਪਰਸਨ ਗਰੀਬ ਹੁੰਦੇ ਨੇ ਬਟ ਵੀ ਸੈਟਿਸਫਾਈ ਨੇਗੇ, ਠੀਕ ਹੈ, ਇਸ ਫਾਰ ਬੈਟਰ ਦੈਨ ਇਟ ਕਹਿੰਦੇ ਤਾਂ ਕਹਿੰਦੇ ਵੀ ਉਹ ਰਿਚ ਹੋਣ ਨਾਲੋਂ ਕੀ ਨੇ ਬੈਟਰ ਨੇਗੇ. ਦ ਸਟੋਰੀ ਕੰਸਰਨਸ ਅ ਪੇਸ਼ੈਂਟ ਨੇਮਡ ਪਾਇਹੂਮ. ਸਟੋਰੀ ਕਿਸ ਦੇ ਰਿਗਾਰਡਿੰਗ ਆਪਾਂ ਗੱਲ ਕਰ ਰਹੇ ਹਾਂ, ਇੱਕ ਪੇਸ਼ੈਂਟ ਹੁੰਦਾ ਪਾਇਹੂਮ. ਹੀ ਵਾਸ ਲੀਡਿੰਗ ਅ ਲਾਈਫ ਆਫ ਕੰਟੈਂਟਮੈਂਟ ਔਨ ਹਿਜ਼ small piece of land, but one day his wife's sister came to pay them a visit. She belonged to a city, talked of the advantages of city life. ਮਤਲਬ ਕੀ ਸੀ ਵੀ ਉਹਦੀ ਵਾਈਫ ਦੀ ਸਿਸਟਰ ਆਈ, ਉਹਨੇ ਉਹਨਾਂ ਨੂੰ ਕਾਫੀ ਗੱਲਾਂ ਦੱਸੀਆਂ ਕਿ ਸਿਟੀ ਲਾਈਫ ਦੇ ਕੀ ਕੀ ਐਡਵਾਂਟੇਜਸ ਨੇਗੀਆਂ, ਕੀ ਕੀ ਫਾਇਦੇ ਨੇਗੇ. ਪਾਇਹੋਮ ਥੋਟ ਐਟ ਦੈਟ ਟਾਈਮ ਹੀ ਹੈਡ ਨਾਟ ਗੋਟ ਮਚ ਲੈਂਡ. ਪਾਇਹੋਮ ਦਾ ਕੀ ਵਿਚਾਰ ਸੀ ਕਿ ਉਹਨੂੰ ਕਾਫੀ ਜ਼ਿਆਦਾ ਜ਼ਮੀਨ ਕੀ ਨਹੀਂ ਚਾਹੀਦੀਗੀ. If he had plenty of land, he would not be afraid of devil himself. ਉਹ ਕਹਿੰਦੇ ਵੀ ਜੇ ਮਤਲਬ ਕਾਫੀ ਜ਼ਿਆਦਾ ਜ਼ਮੀਨ ਹੋਵੇ, ਠੀਕ ਹੈ, ਤਾਂ ਕਹਿੰਦਾ ਵੀ ਉਹ ਸ਼ੈਤਾਨ ਤੋਂ ਵੀ ਕਦੇ ਵੀ ਨਹੀਂ ਡਰੂਗਾ. The devil listened to but Pahom said. He decided to give more and more land to Pahom and in this way have him into his own power. ਤਾਂ ਉਹਨੂੰ ਕੀ ਸੀਗਾ, ਕਹਿੰਦਾ ਵੀ ਉਹ ਕੀ ਹੈ, ਕਹਿੰਦਾ ਵੀ ਆਪਣੀ ਪਾਰ ਨਾਲ ਉਹਦੀ ਜਿਹੜੀ ਲਾਈਫ ਹੈ ਉਹਨੂੰ ਠੀਕ ਕਰੂਗਾ. ਦ ਰਿਚ ਲੈਂਡ ਲੇਡੀ ਆਫ ਦ ਵਿਲੇਜ ਵਾਜ਼ ਗੋਇੰਗ ਟੂ ਸੈਲ ਹਰ ਲੈਂਡਸ. ਸ਼ੀ ਗੇਵ ਅ ਗੁੱਡ ਆਫਰ. ਹੁਣ ਕੀ ਸੀ ਵੀ ਇੱਕ ਸ਼ਹਿਰ ਦੀ ਇੱਕ ਲੈਂਡ ਲੇਡੀ ਰਿਚ ਸੀਗੀ, ਉਹਨੇ ਆਪਣੀ ਲੈਂਡ ਨੂੰ ਸੈੱਲ ਕਰਤਾ, ਉਹਨੇ ਇੱਕ ਵਧੀਆ ਆਫਰ ਪ੍ਰੈਜ਼ੈਂਟ ਕੀਤਾ. ਦ ਪੇਸ਼ੈਂਟਸ ਕੁਡ ਪੇ ਹਾਫ ਦ ਮਨੀ ਇਨ ਰੈਡੀ ਕੈਸ਼ ਐਂਡ ਅਦਰ ਹਾਫ ਇਨ ਦ ਈਅਰਸ ਟਾਈਮ. Pahom had 100 rubles on him. He raised an equal amount by selling his coat and hiring out one of his sons as a laborer. ਉਹਨੇ ਮਤਲਬ ਕੀ ਕੀਤਾ ਕਿ ਉਹਨੇ ਇੱਕ ਕੋਟ ਸੈੱਲ ਕਰਤਾ, ਆਪਣੇ ਬੇਟੇ ਨੂੰ ਉਹਨੇ ਕਿਤੇ ਹਾਇਰ ਕਰਤਾ ਕੰਮ ਕਰਨ ਦੇ ਲਈ ਐਜ਼ ਅ ਲੇਬਰ. He had to borrow some money from a brother-in-law. Also in this way he managed to collect half the purchase money and bought a farm of 40 acres. ਉਹਨੇ ਕੁਛ ਕੁ ਪੈਸੇ ਆਪਣੇ ਬ੍ਰਦਰ ਇਨ ਲਾਅ ਤੋਂ ਲੈ ਲਏ. ਇਸ ਤਰੀਕੇ ਨਾਲ ਮਤਲਬ ਉਹਨੇ ਹਾਫ ਜਿਹੜੀ ਮਨੀ ਸੀ ਉਹਨੇ ਉਹ ਕਲੈਕਟ ਕਰ ਲਈ ਫਾਰਮ ਆਫ 40 ਏਕੜ 40 ਕਿੱਲਿਆਂ ਦੀ. ਦਸ ਹੀ ਬਿਕੇਮ ਦਾ ਲੈਂਡ ਓਨਰ, ਮਤਲਬ ਹੁਣ ਉਹ ਸਾਰੀ ਜ਼ਮੀਨ ਦਾ ਕੀ ਸੀ, ਮਾਲਕ ਬਣ ਗਿਆ. Harvest was good, so Pahom paid off all the debts within a year. He felt happy, but the neighboring patients would often let loose their cattle to stray into his cornfields. He tried to check them from doing so, but to no avail. He had to go to the court of law against the defaulting. ਉਹ ਮਤਲਬ ਕੋਰਟ ਵੀ ਗਿਆ, ਉਹਦੀ ਮਤਲਬ ਕਾਫੀ ਕੈਟਲਸ ਦੇ ਰਿਗਾਰਡਿੰਗ ਉਹਦੀਆਂ ਕਾਫੀ ਜ਼ਿਆਦਾ ਝਗੜੇ ਹੋਣ ਲੱਗ ਪਏ, ਠੀਕ ਹੈ. ਗੱਲ ਕੀ ਸੀ, ਉਹ ਸਾਰੀ ਕੋਰਟ ਤੱਕ ਪਹੁੰਚ ਚੁੱਕੀ ਸੀਗੀ. In this way, in this way, Pahom made many enemies. ਇਸ ਤਰੀਕੇ ਨਾਲ Pahom ਦੇ ਕਾਫੀ enemies ਬਣ ਗਏ. He even quarreled with the judges and not punishing some of the offenders. All this made Pahom very unhappy. About this time, Pahom got the news that many people from different places were moving certain part of the country beyond the Volga. ਹੁਣ ਉਹਨੂੰ ਪਤਾ ਚੱਲਿਆ ਵੀ ਕੁਛ ਕੁ ਲੋਕ ਨੇ ਜਿਹੜੇ ਮਤਲਬ ਵੋਲਗਾ ਜਾ ਰਹੇ ਨੇ. 25 acres of land per man were being granted to those who joined the commune. ਉਹਦੇ ਵਿੱਚ ਕੀ ਸੀਗਾ ਵੀ ਜਿਹੜੇ 25 ਏਕੜਸ ਨੇ ਉਹ ਪਰ ਮੈਨ ਨੂੰ ਦਿੱਤੀ ਜਾਂਦੀ, ਗ੍ਰਾਂਟ ਕੀਤੀ ਜਾਂਦੀ ਹੈ ਮਤਲਬ ਕੁਛ ਕੁ ਹੱਦ ਤੱਕ. The land was reported to the excellent Pahom, who was very miserable at that time, disposed of his land and shifted to the new place. ਉਹ ਕਾਫੀ miserable ਸੀਗਾ, ਉਹ ਚਾਹੁੰਦਾ ਸੀ ਉਹ ਸ਼ਿਫਟ ਕਰ ਲਏ ਕਿਤੇ ਹੋਰ. He was given 125 acres of land. ਉਹ ਕਹਿੰਦਾ ਸੀ ਵੀ ਮੈਂ 125 ਏਕੜ ਜ਼ਮੀਨ ਲੈਣੀ ਹੈ. Pahom was now 10 times better off than he had been.
ਹੁਣ ਕੀ ਸੀ ਵੀ 10 ਟਾਈਮ ਬੈਟਰ ਸੀ ਪਹਿਲਾਂ ਨਾਲੋਂ, ਬਟ ਹੀ ਫੈਲਟ ਡਿਸਸੈਟਿਸਫਾਈਡ, ਬਟ ਹਾਲੇ ਵੀ ਉਹ ਸੈਟਿਸਫਾਈ ਨਹੀਂ ਸੀਗਾ। ਹੀ ਥੋਟ ਦੈਟ ਹੀ ਸਟਿਲ ਡਿਡਨਟ ਹੈਵ ਇਨਫ ਲੈਂਡ, ਉਹ ਕਹਿੰਦਾ ਵੀ ਹਾਲੇ ਵੀ ਉਹਦੇ ਕੋਲ ਜ਼ਮੀਨ ਵਾਧੂ ਨਹੀਂ ਗੀ। ਹੀ ਗੋਟ ਮੱਚ ਲੈਂਡ ਔਨ ਰੈਂਟ ਐਂਡ ਕਲਟੀਵੇਟਡ ਇਟ, ਮਤਲਬ ਉਹਨੇ ਕੁਛ ਕੁ ਜ਼ਮੀਨ ਕੀ ਹੈ ਲੈਂਡ ਰੈਂਟ 'ਤੇ ਲਈ, ਉਹਨੂੰ ਕਲਟੀਵੇਟ ਕੀਤਾ, ਵਾਹੀ ਲਈ ਤਿਆਰ ਕੀਤਾ। ਬਟ ਈਵਨ ਦੈਟ ਡਿਡਨਟ ਸੈਟਿਸਫਾਈ ਹਿਮ, ਹੀ ਨਾਓ ਵਾਂਟਡ ਟੂ ਬਾਏ ਸਮ freehold land. When he was in the state of mind, Pahom by chance met a dealer. ਇਸੇ ਮਤਲਬ ਗੱਲ ਦੇ ਸੋਚ ਵਿਚਾਰ ਕਰਕੇ ਉਹ ਇੱਕ ਡੀਲਰ ਨੂੰ ਮਿਲਿਆ who had just returned from the land of Bashkirs, ਉਹ ਵੀ ਉਹ ਬਸ਼ਕੀਰਸ ਤੋਂ ਆਇਆ ਸੀਗਾ। He told Pahom that he had bought there 13,000 acres of land for only 1,000 rubles. ਉਹਨੂੰ ਦੱਸਿਆ ਕਿ ਉਹਨੇ 13,000 ਏਕੜ ਜ਼ਮੀਨ ਲਈ ਹੈਗੀ ਓਨਲੀ 1000 ਰਬਲਸ ਦੇ ਵਿੱਚ। ਹੀ ਆਲਸੋ ਇਨਫੋਰਮਡ Pahom that it was all virgin soil, ਉਹ ਕਹਿੰਦਾ ਵੀ ਸਾਰੀ ਕੀ ਹੈਗੀ ਜਿਹੜੀ soil of virgin ਹੈ। This aroused Pahom's greed. He decided to go to the land of Bashkirs. Pahom set off for the land of the Bashkirs. He left behind his wife and sons to look after the home. ਉਹਨਾਂ ਆਪਣੇ ਬੇਟੇ ਆਪਣੀ ਵਾਈਫ ਨੂੰ ਘਰ ਛੱਡ ਕੇ ਘਰ ਦੀ ਦੇਖਭਾਲ ਕਰਨ ਦੇ ਲਈ। He reached there after 7 days journey. He gave certain presents to the chief of the Bashkirs and told him the purpose. The chief replied that he could have for 1,000 rubles as much land as he could go round on foot in a day. ਚੀਫ ਨੇ ਕੀ ਰਿਪਲਾਈ ਕੀਤਾ, ਬਸ਼ਕੀਰਸ ਦਾ ਮਤਲਬ ਕੋਈ ਹੈੱਡ ਸੀਗਾ, ਉਹਨੇ ਕਿਹਾ 1000 ਰੂਬਲਸ ਦੇ ਵਿੱਚ ਵੀ ਜਿੰਨਾ ਉਹ ਇੱਕ ਰਾਊਂਡ ਲਗਾ ਕੇ ਵਾਪਸ ਆ ਜਾਵੇ ਉਨੀ ਜ਼ਮੀਨ 1000 ਦੇ ਵਿੱਚ ਉਸਦੀ ਹੈ। The condition was that the buyer must return by the sunset to the spot from where he started in the morning. ਸਪੌਟ ਕੀ ਸੀ ਜਿੱਥੇ ਉਹਨੇ ਸ਼ੁਰੂ ਕੀਤੀ ਉੱਥੇ ਉਹਨੇ ਆ ਕੇ ਖਤਮ ਕਰਨੀ ਹੈ। If he failed to do so, his money would be forfeited. ਵੀ ਜੇ ਫੇਲ ਹੋਇਆ ਤਾਂ ਉਹਦੀ ਸਾਰੀ ਜਿਹੜੀ ਮਨੀ ਸੀਗੀ ਉਹ ਫੋਰਫਿਟਡ ਹੁੰਦੀ ਹੈਗੀ ਆਪਣੇ ਕਬਜ਼ੇ ਵਿੱਚ ਲੈ ਜਾਣੀ, ਤਾਂ ਸਾਰੀ ਉਹਦੀ ਮਨੀ ਸੀਗੀ ਉਹ ਅਡੈਪਟ ਕਰ ਲੈਣਗੇ। Thus all the land he covered would became his for 1,000 rubles. Pahom was delighted at this offer. He started early next morning. He took a spade with him. ਉਹਨੇ ਆਪਣੇ ਨਾਲ ਇੱਕ spade ਲਈ। He went on and on till it was noon. He was perspiring and he felt hungry and thirsty. So he stopped for a little while. He ate his bread and drank some water. Then he started his journey once again. It was terrible hot and felt sleepy, but Pahom went on and on. He thought that after walking he longed for rest. ਉਹਨੇ ਕਿਹਾ ਵੀ ਕੁਛ ਟਾਈਮ ਲਈ ਆਰਾਮ ਕੀਤਾ ਕਿਉਂਕਿ ਫਿਰ ਥੱਕ ਚੁੱਕਿਆ ਸੀਗਾ। But that was impossible because he had to reach back the starting point before sunset. In his regard for more and more land, he made a very large circuit. Meanwhile the sun was sinking lower. ਹੁਣ ਕੀ ਸੀਗਾ ਵੀ ਸੂਰਜ ਕੀ ਸੀਗਾ ਉਹ ਲੋਅਰ ਦੇ ਨੀਚੇ ਆ ਗਿਆ, ਮਤਲਬ ਹੁਣ ਢਲਣ ਵਾਲਾ ਸੀਗਾ। Pahom ran back to reach the starting point. He perspired and gasped for breath. The Bashkirs had gathered there in a large crowd. He were cheering him up. The last rays of the sun were still falling on the hilltop. Pahom reached the destination just in time, but as soon as he reached there, his legs staggered and fell forward. ਉਹ ਆਪਣੇ ਅੱਗੇ ਜਾ ਕੇ ਗਿਰ ਗਿਆ। Pahom was able to cover a large area of fertile land, ਮਤਲਬ ਉਹਨੇ ਸਿਰਫ ਕੁਛ ਕੁ ਜ਼ਮੀਨ ਹੀ ਰੋਕੀ, ਠੀਕ ਹੈ। ਬਟ ਮਤਲਬ Pahom was able, ਮਤਲਬ ਉਹ ਏਬਲ ਹੋ ਚੁੱਕਿਆ ਸੀ ਵੀ ਉਹਨੇ ਇੰਨੀ ਜ਼ਿਆਦਾ ਫਰਟਾਈਲ ਲੈਂਡ ਸੀ ਵੀ ਉਹਨੇ ਕਵਰ ਕਰ ਲਿਆ। ਬਟ this strained him so much that he died. After his death he needed just 6 feet of land to be buried in. ਡੈਥ ਤੋਂ ਬਾਅਦ ਮਤਲਬ ਉਹਨੂੰ ਸਿਰਫ ਇਕੱਲੇ 6 ਫੁੱਟ ਜ਼ਮੀਨ ਦੀ ਲੋੜ ਸੀਗੀ ਉਹਨੂੰ ਆਪਣੇ ਆਪ ਨੂੰ ਵਰਿਡ ਕਰਨ ਦੇ ਲਈ। ਰੀਅਲੀ ਦ ਗਰੀਡ ਆਫ ਮਨੀ ਔਰ ਲੈਂਡ ਕਾਜ਼ਸ ਓਨਲੀ ਡੈਥ ਐਂਡ ਡਿਸਟਰਕਸ਼ਨ, ਵੀ ਸਭ ਤੋਂ ਜ਼ਿਆਦਾ ਵੀ ਗਰੀਡ ਪੈਸੇ ਦਾ ਆਪਾਂ ਨੂੰ ਆਪਣੇ ਲਈ ਕੀ ਕਾਰਨ ਬਣਦਾ, ਆਪਣੀ ਡੈਥ ਔਰ ਡਿਸਟਰਕਸ਼ਨ ਦਾ ਕਾਰਨ ਹੀ ਬਣਦਾ।